4 माइनस 3x की 3 माइनस 2x की 2 माइनस 10x ਤੇ माइनस 5 ਦਿੱਤਾ ਗਿਆ ਹੈ। ਲਿਖਿਆ ਕਿ ਦੋ ਸਿਫਰਾਂ ਵਰਗਮੂਲ 5/3 ਤੇ ਮਾਈਨਸ 5 ਬਟਾ ਵਰਗਮੂਲ 5/3 ਹਨ। ਤਾਂ ਬਾਕੀ ਸਿਫਰਾਂ ਜਿਹੜੀਆਂ ਨੇ ਆਪਾਂ ਉਹ ਸਿਫਰਾਂ ਨੇ ਆਪਾਂ ਪਤਾ ਕਰਨੀਆਂ ਹਨ। ਉਹਨਾਂ ਸਿਫਰਾਂ ਸਭ ਤੋਂ ਪਹਿਲਾਂ ਅਸੀਂ ਦੇਖੀਏ ਇਸ ਦੀ ਘਾਤ ਕਿੰਨੀ ਹੈ। ਬਹੁਪਦ ਦੀ ਘਾਤ ਕਿੰਨੀ ਹੈ 4 4 ਹੈ ਤਾਂ ਇਹਦਾ ਮਤਲਬ ਕਿ ਇਸ ਦੀਆਂ ਸਿਫਰਾਂ ਵੀ ਕਿੰਨੀਆਂ ਹੋਣਗੀਆਂ 4 ਸਿਫਰਾਂ ਹੋਣਗੀਆਂ। ਇਸ ਲਈ ਦੋ ਸਿਫਰਾਂ ਆਪਣੇ ਕੋਲ ਦਿੱਤੀਆਂ ਗਈਆਂ ਨੇ ਵਰਗਮੂਲ 5/3 ਤੇ ਮਾਈਨਸ 5 ਵਰਗਮੂਲ 5/3 ਤੇ ਆਪਾਂ ਕਿੰਨੀਆਂ ਸਿਫਰਾਂ ਪਤਾ ਕਰਨੀਆਂ ਨੇ ਹੋਰ ਦੋ ਸਿਫਰਾਂ ਆਪਾਂ ਹੋਰ ਪਤਾ ਕਰਨੀਆਂ ਹਨ। ਸੋ ਜੋ ਵੀ ਆਪਣੇ ਕੋਲ ਸਿਫਰਾਂ ਦਿੱਤੀਆਂ ਹਨ ਦੇਖੋ ਸਾਰੀ ਜਿਹੜੀ ਬਹੁਪਦ ਆਪਣੇ ਕੋਲ ਕਾਹਦੇ ਵਿੱਚ ਦਿੱਤੀ ਗਈ ਹੈ x ਵਿੱਚ। ਇਹਦਾ ਮਤਲਬ ਕਿ ਜਿਹੜੀਆਂ ਸੀਗੀਆਂ ਸਿਫਰਾਂ ਹੋਣਗੀਆਂ ਉਹ ਕੀ ਹੋਣਗੀਆਂ ਆਪਣੇ ਕੋਲ x ਬਰਾਬਰ। ਇਸ ਲਈ ਆਪਾਂ x ਬਰਾਬਰ ਲਿਖਾਂਗੇ ਪਹਿਲੀ ਇੱਕ ਜਿਹੜੀ ਸਿਫਰ ਹੈ ਆਪਾਂ ਲਿਖਾਂਗੇ ਉਸ ਨੂੰ ਵਰਗਮੂਲ 5/3। ਇਸ ਤਰ੍ਹਾਂ ਹੀ ਆਪਾਂ ਦੂਸਰੀ ਨੂੰ ਵੀ ਲਿਖ ਲੈਂਦੇ ਹਾਂ ਮਾਈਨਸ 5 ਵਰਗਮੂਲ 3। ਹੁਣ ਕੀ ਅਸੀਂ ਇਸ ਨੂੰ x ਵਾਲੀ ਸਾਈਡ ਤੇ ਲੈ ਕੇ ਆਉਂਦੇ ਹਾਂ। ਜਦੋਂ x ਵਾਲੀ ਸਾਈਡ ਤੇ ਲਿਆਉਂਦੇ ਹਾਂ ਇਹ ਵੈਲਿਊ ਵੀ ਸਾਡੇ ਕੋਲ ਜਾਂਦੀ ਆ ਮਾਈਨਸ ਹੋ ਜਾਂਦੀ ਹੈ। ਇਸ ਤਰ੍ਹਾਂ ਆਪਾਂ ਇੱਧਰ ਲਿਆਂਦੇ ਹਾਂ ਦੇਖੋ ਮਾਈਨਸ ਹੈ ਤਾਂ ਇਹ ਕੀ ਹੋ ਜਾਏਗੀ ਆਪਣੇ ਕੋਲ ਪਲੱਸ ਹੋ ਜਾਂਦੀ ਹੈ। ਇਸ ਤਰ੍ਹਾਂ ਸਾਡੇ ਕੋਲ ਦੋ ਜੋ ਫੈਕਟਰ ਬਣ ਗਏ ਹਨ ਨੇ a ਮਾਈਨਸ b। ਦੇਖੋ a ਮਾਈਨਸ b ਦੂਸਰਾ ਕੀ ਬਣਦਾ ਹੈ ਸਾਡੇ ਕੋਲ a ਪਲੱਸ b। ਹੁਣ ਸਾਨੂੰ ਪਤਾ ਹੈ ਕਿ a ਮਾਈਨਸ b a ਪਲੱਸ b ਬਰਾਬਰ ਕਿਹਦੇ ਹੁੰਦਾ ਹੈ a ਸਕੁਅਰ ਮਾਈਨਸ b ਸਕੁਅਰ ਦੇ। ਹੁਣ ਇਸ ਵਿੱਚ ਸਾਡੇ ਕੋਲ a ਕਿੰਨਾ ਹੈ ਸਾਡੇ ਕੋਲ a ਜੋ ਹੈ ਉਹ x ਦੇ ਬਰਾਬਰ ਆਉਂਦਾ ਹੈ ਜੋ b ਹੈ ਉਹ ਸਾਡੇ ਕੋਲ ਵਰਗਮੂਲ 5/3 ਹੈ। a ਦਾ ਸਕੁਅਰ ਕਰਦੇ ਹਾਂ ਆਪਾਂ x ਦਾ ਸਕੁਅਰ ਕਰਾਂਗੇ ਫਿਰ b ਕਿੰਨਾ ਹੈ ਵਰਗਮੂਲ 5/3 ਤੇ ਅਸੀਂ ਮਾਈਨਸ ਵਰਗਮੂਲ 5/3 ਇਸ ਦਾ ਵਰਗ ਕਰਾਂਗੇ। ਵਰਗਮੂਲ ਵਰਗ ਦੇ ਨਾਲ ਕੈਂਸਲ ਹੋ ਜਾਂਦਾ ਹੈ ਤੇ ਸਾਡੇ ਕੋਲ ਕੀ ਰਹਿ ਜਾਂਦਾ ਹੈ x ਸਕੁਅਰ ਮਾਈਨਸ 5/3। ਇਸ ਤੋਂ ਬਾਅਦ ਅਸੀਂ ਇਸ ਦਾ ਲਘੁੱਤਮ ਲੈਂਦੇ ਹਾਂ। ਲਘੁੱਤਮ ਕਿੰਨਾ ਆਉਂਦਾ ਹੈ ਸਾਡੇ ਕੋਲ ਨੀਚੇ ਕੀ ਦਿੱਤਾ ਹੋਇਆ 3 x ਸਕੁਅਰ ਮਾਈਨਸ ਨੀਚੇ ਸੌਰੀ ਓਵਰ 1 ਨੀਚੇ 1 ਲਗਾਉਂਦੇ ਹਾਂ ਮਾਈਨਸ 5/3 ਲਗਾ ਦਿੰਦੇ ਹਾਂ। ਲਘੁੱਤਮ ਲੈਣ ਤੇ ਅਸੀਂ ਦੋਵਾਂ ਸੰਖਿਆ ਨੂੰ ਨੀਚੇ ਵਾਲੀਆਂ ਨੂੰ ਗੁਣਾ ਕਰਦੇ ਹਾਂ ਕਿਉਂਕਿ ਸਾਡੇ ਕੋਲ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ। 3 ਨੂੰ 1 ਨਾਲ ਗੁਣਾ ਕਰਦੇ ਹਾਂ 3 ਆਉਂਦਾ ਹੈ 3 ਨੂੰ x ਨਾਲ ਕਰਦੇ ਹਾਂ 3x ਸਕੁਅਰ ਆਉਂਦਾ ਹੈ ਮਾਈਨਸ 5 ਆ ਜਾਂਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਜਾਂ ਫਿਰ ਆਪਾਂ AC ਫੈਕਟਰ ਨੂੰ ਰੱਖ ਸਕਦੇ ਹਾਂ। ਮੰਨ ਲਓ ਕਿ ਆਪਾਂ AC ਫੈਕਟਰ ਨੂੰ ਰੱਖ ਲੈਂਦੇ ਹਾਂ ਆਪਾਂ ਇਸ ਨੂੰ ਲਘੁੱਤਮ ਨਹੀਂ ਲੈਂਦੇ। ਇਹ ਫੈਕਟਰ ਲਿਆ ਆਪਣੇ ਕੋਲ। ਹੁਣ ਇਸ ਫੈਕਟਰ ਨੂੰ ਆਪਾਂ ਇਸ ਬਹੁਪਦ ਨਾਲ ਭਾਗ ਕਰਾਂਗੇ ਤੇ ਭਾਗ ਕਰਨ ਤੋਂ ਬਾਅਦ ਜੋ ਵੀ ਸਿਫਰਾਂ ਆਪਾਂ ਆਨਸਰ ਆਏਗਾ ਉਸ ਤੋਂ ਬਾਅਦ ਅਸੀਂ ਉਹਦੀਆਂ ਸਿਫਰਾਂ ਪਤਾ ਕਰਾਂਗੇ। ਸੋ ਬਹੁਪਦ ਕੀ ਆਪਣੇ ਕੋਲ 3x ਦੀ 4 ਪਲੱਸ 6x ਦੀ 3 ਮਾਈਨਸ 2x ਦੀ 2 ਮਾਈਨਸ 10x ਮਾਈਨਸ 5। ਸੋ ਜੋ ਭਾਜਕ ਹੈ ਆਪਣੇ ਕੋਲ ਕੀ ਹੈ x ਸਕੁਅਰ ਮਾਈਨਸ 5/3। ਇਸ ਤੋਂ ਬਾਅਦ ਦੇਖੋ ਆਪਣੇ ਕੋਲ ਫਿਰ ਘਾਤ ਕਿੰਨੀ ਆਉਂਦੀ ਹੈ 4 ਤੇ ਇਧਰ ਘਾਤ ਕਿੰਨੀ ਹੈ 2। ਕਿੰਨੀ ਘਾਤ ਘੱਟ ਹੈ 2 ਘਾਤ ਘੱਟ ਹੈ ਤੇ ਇਸ ਤੇ ਗੁਣਾਂਕ ਕਿੰਨਾ ਆਪਣੇ ਕੋਲ ਦਿੱਤਾ ਗਿਆ ਹੈ 3। ਆਪਾਂ ਇਸ ਨੂੰ ਕਿੰਨਾ ਗੁਣਾ ਕਰਾਂਗੇ ਇੱਕ ਤਾਂ ਅਸੀਂ ਗੁਣਾਂਕ ਨਾਲ ਗੁਣਾ ਕਰਾਂਗੇ 3 ਤੇ ਦੂਸਰੀ ਘਾਤ ਕਿੰਨੀ ਘੱਟ ਹੈ 2। ਆਪਾਂ 3x ਦੀ 2 ਦੇ ਨਾਲ ਗੁਣਾ ਕਰਦੇ ਹਾਂ x ਦੀ 2 ਮਾਈਨਸ 5/3 ਇਹਨੂੰ ਗੁਣਾ ਕੀਤਾ ਜਾਂਦਾ ਹੈ 3x ਦੀ 2 ਨਾਲ। ਗੁਣਾ ਕੀਤਾ ਸਾਡੇ ਕੋਲ ਆਉਂਦਾ ਹੈ 3x ਦੀ 4 ਮਾਈਨਸ 3x ਦੀ 2 5/3 3 ਨਾਲ 3 ਕੈਂਸਲ ਹੋ ਜਾਂਦਾ ਹੈ 3x ਦੀ 4 ਮਾਈਨਸ 5x ਦੀ 2 ਸਾਡੇ ਕੋਲ ਆਉਂਦਾ ਹੈ। 3x ਦੀ 4 3x ਦੀ 4 ਦੇ ਨੀਚੇ ਆਏਗਾ ਜਿੰਨੀ ਵੀ ਘਾਤ ਹੈ ਉਸ ਨੂੰ ਉਸ ਘਾਤ ਦੇ ਨੀਚੇ ਲਿਖਿਆ ਜਾਂਦਾ ਹੈ 2। ਇਸ ਨੂੰ ਆਪਾਂ ਲਿਖਦੇ ਹਾਂ ਮਾਈਨਸ 5x ਦੀ 2। ਫਿਰ ਇਸ ਦੇ ਸਾਈਨ ਚੇਂਜ ਕੀਤੇ ਜਾਂਦੇ ਹਨ। ਜਦੋਂ ਸਾਈਨ ਬਦਲ ਦਿੱਤੇ ਜਾਂਦੇ ਹਨ ਤਾਂ ਇਹ ਫੈਕਟਰ ਜੋ ਹੈ ਸਾਡੇ ਕੋਲ ਕੈਂਸਲ ਹੋ ਜਾਂਦਾ ਹੈ ਕੱਟਿਆ ਜਾਂਦਾ ਹੈ। ਫਿਰ ਅਸੀਂ ਲਿਖਦੇ ਹਾਂ 6x ਦੀ 3 ਮਾਈਨਸ ਤੇ ਪਲੱਸ 2 ਮਾਈਨਸ 2 ਪਲੱਸ 5 ਸਾਡੇ ਕੋਲ ਕਿੰਨਾ ਆਉਂਦਾ ਹੈ 3 ਮਾਈਨਸ ਪਲੱਸ ਮਾਈਨਸ ਸਾਈਨ ਜੋ ਸੰਖਿਆ ਵੱਡੀ ਹੋਵੇ ਉਸ ਦਾ ਆਉਂਦਾ ਹੈ ਉਹ ਆਪਣੇ ਕੋਲ ਪਲੱਸ ਹੈ ਤੇ ਪਲੱਸ ਦੇ 3 ਆ ਜਾਂਦੇ ਹਨ ਪਲੱਸ 3x ਦੀ 2। ਹੁਣ ਸਾਡੇ ਕੋਲ ਘਾਤ ਕਿੰਨੀ ਹੈ 3 ਆਉਂਦੀ ਹੈ। ਇਸ ਸਾਈਡ ਤੇ ਸਾਡੇ ਕੋਲ ਘਾਤ ਜਿਹੜੀ ਹੈ ਉਹ ਕਿੰਨੀ ਹੈ 2 ਹੈ। ਹੁਣ ਅਸੀਂ ਇਸ ਨੂੰ ਕਹਿੰਦਾ ਗੁਣਾ ਕਰਦੇ ਹਾਂ x ਦੀ 2 ਮਾਈਨਸ 5/3 6 ਨੂੰ ਸਾਡੇ ਕੋਲ 6 ਸੀ ਘਾਤ ਕਿੰਨੀ ਹੈ 3 ਇੱਥੇ ਕਿੰਨੀ ਹੈ 2 ਘਾਤ ਕਿੰਨੀ ਘੱਟ ਹੈ 1 6x ਨਾਲ ਗੁਣਾ ਕੀਤਾ ਜਾਵੇਗਾ। ਸਾਡੇ ਕੋਲ ਕਹਿੰਦਾ ਹੈ 6x ਦੀ 3 ਮਾਈਨਸ 6x
गुणा 5/3 3 दूनी 6 साडे को आंदा 6x की 3 माइनस 2 पंजे 10x। ਹੁਣ देखो इस ਦੇ नीचे तो अपने को आ जाता है 6x की 3 गुणा कितना किया गया 6x नाल प्लस 6x। नैक्सट फैक्टर कितना आता साडे कोल माइनस 10x 10x साडे को ऊपर पिया हुआ फैक्टर x घात 1 है ना घात 1 वाला फैक्टर साडे को माइनस 10x है। ਹੁਣ ਸਾਡੇ ਕੋਲ ਕੀ ਆ ਜਾਂਦਾ ਹੈ ਮਾਈਨਸ 10x। ਸਾਈਨ ਬਦਲੇ ਜਾਂਦੇ ਹਨ ਮਾਈਨਸ ਇੱਧਰ ਪਲੱਸ ਕੀਤਾ ਜਾਂਦਾ ਹੈ 6x ਸੀ 6x ਕੱਟ ਦਿੱਤਾ ਜਾਂਦਾ ਹੈ ਸਾਡੇ ਕੋਲ ਆਉਂਦਾ ਹੈ 3x ਦੀ 2। ਫਿਰ ਹੁਣ ਸਾਡੇ ਕੋਲ ਇੱਕ ਮਾਈਨਸ ਦਾ 10 ਹੈ ਤੇ ਦੂਸਰਾ ਸਾਡੇ ਕੋਲ ਕੱਚ ਬਦਲ ਗਿਆ ਪਲੱਸ ਦੇ ਵਿੱਚ ਇਹ ਵੀ ਸਾਡੇ ਕੋਲ ਕੈਂਸਲ ਹੋ ਜਾਂਦਾ ਹੈ ਤੇ ਮਾਈਨਸ ਜੋ ਬਚ ਜਾਂਦਾ ਹੈ ਸਾਡੇ ਕੋਲ ਬਚਦਾ ਹੈ 5। ਹੁਣ ਦੇਖੋ ਸਾਡੇ ਕੋਲ ਜੋ घात x की 2 घात तो दोवें बराबर हो जांदियां हन नाल साडे को गुणा कितना पिया है 3 ते इसनूं आपां गुणा कितना करांगे 3 दे नाल x की 2 माइनस 5/3 गुणा कीती जांदी है 3 नाल कितना हुंदा है साडे को 3x की 2 माइनस 3 गुणा 5/3 3 नाल 3 कट दिता जांदा है साडे को बच जांदा है 3x की 2 माइनस 5 जिसनूं असीं इस साइड ते लिखदे हां गुणा कितना कीता गया 3 दे नाल प्लस 3 साइन बदले जांदे हन ਤੇ ਦੋਵੇਂ ਫੈਕਟਰ ਜਿਹੜੇ ਸਾਡੇ ਕੋਲ ਕੈਂਸਲ ਹੋ ਜਾਂਦੇ ਹਨ ਨੀਚੇ ਕੀ ਬਾਕੀ ਬਚਦਾ ਹੈ ਸਾਡੇ ਕੋਲ 0। ਹੁਣ ਸਾਡੇ ਕੋਲ ਇੱਕ ਫੈਕਟਰ ਆ ਜਾਂਦਾ ਹੈ 3x ਦੀ 2 ਜਮਾ 6x ਜਮਾ 3। ਹੁਣ ਸਾਡੇ ਕੋਲ ਜੋ ਭਾਗਫਲ ਲੈਂਦਾ ਹੈ ਭਾਗਫਲ ਸਾਡੇ ਕੋਲ ਕੀ ਆਉਂਦਾ ਹੈ 3x ਦੀ 2 ਜਮਾ 6x ਜਮਾ 3 3x ਦੀ 2 ਜਮਾ 6x ਜਮਾ 3। ਇਸ ਤੋਂ ਆਪਾਂ x ਦੀਆਂ ਹੋਰ ਦੋ ਸਿਫਰਾਂ ਜੋ ਹੈਗੀਆਂ ਨੇ ਉਹ ਸਿਫਰਾਂ ਆਪਾਂ ਪਤਾ ਕਰਾਂਗੇ। ਪਤਾ ਕਿਸ ਤਰ੍ਹਾਂ ਕਰਾਂਗੇ ਆਪਾਂ ਇਸ ਨੂੰ ਗੁਣਨਖੰਡ ਬਣਾ ਕੇ ਗੁਣਨਖੰਡ ਬਣਾਉਂਦੇ ਹਾਂ। ਪਹਿਲਾ ਫੈਕਟਰ ਅਸੀਂ ਸਾਨੂੰ ਪਤਾ ਕਿ ਪਹਿਲਾ ਪਦ ਜਿਹੜਾ ਅਸੀਂ ਇਸ ਤਰ੍ਹਾਂ ਹੀ ਲਿਖਦੇ ਹਾਂ ਪਲੱਸ ਬ੍ਰੈਕਟ ਥਰਡ ਵਾਲਾ ਜਿਹੜਾ ਪਦ ਹੈ ਉਹ ਵੀ ਅਸੀਂ ਇਸ ਤਰ੍ਹਾਂ ਹੀ ਲਿਖ ਲਿਆ। ਸੋ ਅਸੀਂ ਕਰਨਾ ਕੀ ਹੈ 6 ਨੂੰ ਅਸੀਂ ਦੋ ਭਾਗਾਂ ਦੇ ਵਿੱਚ ਤੋੜਨਾ ਹੈ। ਤੋੜ ਕੇ ਅਸੀਂ ਇਸ ਤਰ੍ਹਾਂ ਲਿਖਣਾ ਹੈ ਕਿ ਉਹ ਜੋ ਭਾਗ ਲਿਖੀ ਹੈ ਅਸੀਂ ਉਹ ਪਹਿਲੇ ਵਾਲੇ ਪਦ ਦੀ ਤੇ ਤੀਸਰੇ ਪਦ ਦੀ ਗੁਣਾ ਬਣਨੀ ਚਾਹੀਦੀ ਹੈ। ਇਸ ਦੀ ਗੁਣਾ ਕਿੰਨੀ ਆਉਂਦੀ ਹੈ 3 ਤੀਏ 9 9 ਸਾਡੇ ਕੋਲ ਗੁਣਾ ਦੇ ਬਣਨੇ ਚਾਹੀਦੇ ਹਨ ਤੇ ਜਮਾ ਦੇ ਸਾਡੇ ਕੋਲ 6 ਬਣਨੇ ਚਾਹੀਦੇ ਹਨ। ਸੋ ਇਹੋ ਜਿਹਾ ਅਸੀਂ ਕੋਈ ਸੰਖਿਆਵਾਂ ਲੱਭਾਂਗੇ। ਹੁਣ ਅਸੀਂ ਜੇ 3 ਦਾ ਪਹਾੜਾ ਪੜੀਏ 3 ਤੀਏ 9 ਤੇ 3 ਜਮਾ 3 ਸਾਡੇ ਕੋਲ ਕੀ ਆਉਂਦਾ ਹੈ 6। ਦੇਖੋ 3 ਤੀਏ 9 ਤੇ 3 ਜਮਾ 3 6 ਬਣਦਾ ਹੈ। ਇਸ ਦਾ ਮਤਲਬ ਸਾਡੇ ਕੋਲ ਜੋ ਭਾਗ ਤੋੜਿਆ ਗਿਆ 6x ਨੂੰ ਉਹ ਜੁੜਿਆ 3x ਜਮਾ 3x ਦੇ ਵਿੱਚ। ਇਸ ਤੋਂ ਬਾਅਦ 3x ਸਕੁਅਰ ਜਮਾ 3x ਜਮਾ 3x ਜਮਾ 3 ਲਿਖਦੇ ਹਾਂ। ਲਿਖਣ ਤੋਂ ਬਾਅਦ ਇਸ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਦਿੱਤਾ ਦੋ ਭਾਗਾਂ ਦੇ ਵਿੱਚ। ਇਸ ਤੋਂ ਸਾਡੇ ਕੋਲ ਸਾਂਝਾ ਕੀ ਆਂਦਾ ਹੈ 3 ਤੇ ਦੋਵਾਂ ਵਿੱਚ ਹੈ 3 ਤੇ ਘਾਤ ਆਪਾਂ ਸਿੱਖ ਚੁੱਕੇ ਹਾਂ। ਘਾਤ ਸਭ ਤੋਂ ਛੋਟੀ ਜਿਹੜੀ ਹੁੰਦੀ ਹੈ ਉਹ ਸਾਡੀ ਸਾਂਝੀ ਹੁੰਦੀ ਹੈ ਉਹ x ਆ ਜਾਂਦੀ ਹੈ। 3 ਵੀ ਸਾਂਝਾ ਗਿਆ ਸਾਡੇ ਕੋਲ x2 ਸੀ 1x ਸਾਂਝਾ ਚਲਾ ਗਿਆ ਇੱਥੇ ਹੀ ਰਹਿ ਗਿਆ ਸਾਡੇ ਕੋਲ ਇੱਕ x ਬਚ ਜਾਂਦਾ ਹੈ ਪਲੱਸ ਹੁਣ 3x ਸੀ 3x ਹੀ ਆਪਾਂ ਬਾਹਰ ਲਿਖ ਲਿਆ ਤੇ ਇੱਥੇ ਕੀ ਬਚ ਗਿਆ ਸਾਡੇ ਕੋਲ 1 ਕਿਉਂਕਿ ਇਸ ਨੂੰ ਅੰਦਰ ਗੁਣਾ ਕਰਾਂਗੇ ਆਪਾਂ ਬ੍ਰੈਕਟ ਦੇ 3x ਸਕੁਅਰ ਬਣ ਜਾਏਗਾ ਤੇ 3x ਬਣ ਜਾਏਗਾ। ਹੁਣ ਜੋ ਇਸ ਬ੍ਰੈਕਟ ਵਿੱਚ ਆਇਆ ਹੈ ਉਹੀ ਬ੍ਰੈਕਟ ਦੂਸਰੀ ਦੇ ਵਿੱਚ ਸਾਡੇ ਕੋਲ ਆਵੇਗਾ x ਜਮਾ 1 ਦੋਵਾਂ ਵਿੱਚ 3 3 ਹੈ 3x ਸਾਡੇ ਕੋਲ ਸਾਂਝਾ ਆ ਗਿਆ 3x ਜਮਾ 3 ਤੇ x ਜਮਾ 1। ਇਹ ਸਾਡੇ ਕੋਲ ਜੋ ਜਿਹੜੇ ਫੈਕਟਰ ਨੇ ਸਾਡੇ ਕੋਲ ਆ ਜਾਂਦੇ ਹਨ। ਇਸ ਤੋਂ ਬਾਅਦ ਅਸੀਂ ਕਰਦੇ ਹਾਂ 3x ਜਮਾ 3 ਇਸ ਨੂੰ ਬਰਾਬਰ 0 ਕੀਤਾ ਜਾਂਦਾ ਹੈ। ਇਸ ਤਰ੍ਹਾਂ ਹੀ ਅਸੀਂ x ਬਰਾਬਰ x ਜਮਾ 1 ਬਰਾਬਰ ਵੀ 0 ਕਰਦੇ ਹਾਂ x ਜਮਾ 1 ਬਰਾਬਰ 0। ਇੱਥੋਂ ਅਸੀਂ ਵੈਲਿਊ ਕੱਢਦੇ ਹਾਂ ਸਾਡੇ ਕੋਲ ਕੀ ਆਉਂਦਾ ਹੈ 3x ਬਰਾਬਰ -3 3 3 ਅਸੀਂ ਕੱਟ ਦਿੰਦੇ ਹਾਂ ਸਾਡੇ ਕੋਲ x ਕਿੰਨਾ ਆ ਜਾਂਦਾ ਹੈ ਬਰਾਬਰ -1। ਦੂਸਰੀ ਸਾਈਡ ਤੇ ਸਾਡੇ ਕੋਲ x ਕਿੰਨਾ ਆਉਂਦਾ ਹੈ -1 ਆ ਜਾਂਦਾ ਹੈ। ਇਸ ਤਰ੍ਹਾਂ ਸਾਡੇ ਕੋਲ ਜੋ ਸਿਫਰਾਂ ਆਈਆਂ ਹਨ ਇੱਕ ਸਿਫਰ ਸਾਡੇ ਕੋਲ ਕਿਹੜੀਆਂ ਸਿਫਰਾਂ ਆ ਜਾਂਦੀਆਂ ਹਨ। ਸੋ ਪਹਿਲੀ ਇੱਕ ਸਾਡੇ ਕੋਲ ਦਿੱਤੀ ਗਈ ਸੀ ਵਰਗਮੂਲ 5/3 ਦੂਸਰੀ ਸਾਡੇ ਕੋਲ -5/3 ਫਿਰ ਸਾਡੇ ਕੋਲ -1 ਆਇਆ ਸਾਡੇ ਕੋਲ ਫਿਰ ਇੱਕ ਆਇਆ -1। ਸੋ ਇਹ ਕੀ ਆ x ਦੀਆਂ ਸਾਡੇ ਕੋਲ ਬਹੁਪਦ ਦੀਆਂ 4 ਸਿਫਰਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਹਨ। ਹੁਣ ਸਾਡੇ ਕੋਲ ਨੈਕਸਟ ਅਗਲਾ ਸਵਾਲ ਜੋ ਆਉਂਦਾ ਹੈ ਸਾਡੇ ਕੋਲ ਇਹ ਬਹੁਪਦ ਦਿੱਤੀ ਗਈ ਹੈ ਸਾਡੇ ਕੋਲ 2x ਦੀ 3 ਜਮਾ x ਸਕੁਅਰ -5x ਜਮਾ 2। ਦੇਖੋ ਤੁਸੀਂ ਬ੍ਰੈਕਟ ਵਿੱਚ ਕੋਈ ਸੰਖਿਆਵਾਂ ਲਿਖਿਆ ਗਿਆ 1/2, 1 2।
ਅਸੀਂ ਇਹ ਦੱਸਣਾ ਕਿ ਇਹ ਜੋ ਸੰਖਿਆਵਾਂ ਨੇ ਉਹ ਇਸ ਬਹੁਪਦ ਦੀਆਂ ਸਿਫਰਾਂ ਹਨ ਕਿ ਜਾਂ ਨਹੀਂ ਹਨ। ਹੁਣ ਇਹਦਾ ਮਤਲਬ ਕੀ ਹੋਇਆ ਕਿ ਇਹ ਜੋ ਸੰਖਿਆਵਾਂ ਨੇ ਜਦੋਂ ਇਹਨਾਂ ਨੂੰ ਇੱਥੇ x ਦੀ ਜਗ੍ਹਾ ਤੇ ਭਰਿਆ ਜਾਂਦਾ ਹੈ, ਸਭ ਤੋਂ ਪਹਿਲਾਂ 1/2 ਨੂੰ ਆਪਾਂ ਸਾਰੀ ਬਹੁਪਦ ਚ ਭਰਾਂਗੇ, ਵੇਖਾਂਗੇ ਆਨਸਰ ਕਿੰਨਾ ਬਣਦਾ ਹੈ। ਫਿਰ 1 ਨੂੰ, ਫਿਰ -2 ਨੂੰ, ਇਸ ਤਰ੍ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਇਹ ਚੈੱਕ ਕਰਦੇ ਕਿ ਸਿਫਰਾਂ ਹੈ ਕਿ ਨਹੀਂ। 1/2 ਸਿਫਰ ਹੈ ਜਾਂ ਨਹੀਂ, ਇਸ ਦਾ ਪਤਾ ਕਰਨ ਦੇ ਲਈ ਅਸੀਂ ਕਰਦੇ ਹਾਂ, ਮੰਨ ਲਿਆ ਕਿ ਸਾਡੇ ਕੋਲ x ਕਿੰਨਾ ਆ ਜਾਂਦਾ ਹੈ, ਬਰਾबर 1/2। x 1/2 2 x ਦੀ ਜਗ੍ਹਾ ਤੇ ਆਪਾਂ ਭਰਦੇ ਹਾਂ 1/2। 1/2 ਦੀ ਘਾਤ ਕਿੰਨੀ, 3, ਪਲੱਸ ਫਿਰ ਕਿੰਨੀ ਆਂਦੀ 1/2 ਦੀ ਘਾਤ 2 ਮਾਈਨਸ 5, ਫਿਰ x ਆਂਦਾ ਨਾਲ 1/2 ਲਿਖਦੇ ਹਾਂ, ਫਿਰ ਲਿਖਿਆ ਪਲੱਸ 2। ਹੁਣ ਸਾਡੇ ਕੋਲ ਕੀ ਬਣਦਾ ਹੈ, 2 ਘਾਤ ਕਿੰਨੀ 1/2 ਦੀ 3, 1 ਦੀ ਘਾਤ 3, ਮਤਲਬ 1 ਨੂੰ 3 ਵਾਰ 1 ਗੁਣਾ 1 ਗੁਣਾ 1 ਕਰੀਏ, 1 ਦੀ ਘਾਤ 3, 1 ਘਾਤ 3 ਬਰਾਬਰ 1 ਗੁਣਾ 1 ਗੁਣਾ 1 ਕਿੰਨਾ ਆ ਜਾਂਦਾ ਹੈ 1। ਇਸ ਤਰ੍ਹਾਂ 2 ਦੀ ਘਾਤ 3, 2 ਗੁਣਾ 2 ਗੁਣਾ 2, 2 ਦੂਣੀ 4, 4 ਦੂਣੀ 8, ਸਾਡੇ ਕੋਲ ਕਿੰਨਾ ਆ ਜਾਂਦਾ ਹੈ 1/8 ਜਮਾ 1 ਨੂੰ 2, 1 ਨੂੰ 1 ਨਾਲ ਗੁਣਾ ਕੀਤਾ 1, 2 ਦੀ ਘਾਤ 2 ਕਿੰਨੀ ਆਉਂਦੀ ਆਪਣੇ ਕੋਲ 4 ਮਾਈਨਸ 5, ਇੱਥੇ ਕੋਈ ਵੀ ਘਾਤ ਨਹੀਂ ਹੈ, ਨਾਲ 5 ਪਿਆ ਹੋਇਆ ਆਪਣੇ ਕੋਲ, 5 ਕੀ ਹੋ ਜਾਏਗਾ 1 ਦੇ ਨਾਲ ਗੁਣਾ 5/2 ਪਲੱਸ 2। ਹੁਣ ਅਸੀਂ ਇਸ ਨੂੰ ਕੱਢਦੇ ਹਾਂ, 2 ਚੌਕੇ 8, ਸਾਡੇ ਕੋਲ ਆਉਂਦਾ 1/4 ਜਮਾ 1/4 ਮਾਈਨਸ 5/2 ਜਮਾ 2। ਹੁਣ ਦੇਖੋ ਬੱਚੋ ਸਾਡੇ ਕੋਲ ਕੀ ਆਂਦਾ, ਇੱਧਰ 4 ਦਿੱਤਾ ਹੋਇਆ, ਨੀਚੇ ਇੱਧਰ 4 ਹੈ, ਨੀਚੇ ਇੱਥੇ 2 ਹੈ ਤੇ ਇੱਧਰ 2, ਇਸ ਦੇ ਨੀਚੇ ਕਿ ਅਸੀਂ ਲਗਾ ਦਿੰਦੇ ਹਾਂ 1 ਲਗਾ ਦਿੱਤਾ ਗਿਆ। ਹੁਣ ਅਸੀਂ ਇਸ ਦਾ ਲਘੁੱਤਮ ਲਾਵਾਂਗੇ, ਲਘੁੱਤਮ 4 4 2 4 4 2, 2 ਦੂਣੀ 4, 2 ਦੂਣੀ 4, 2 ਏਕਮ 2, 2 ਏਕਮ 2, 2 ਏਕਮ 2, 2 ਏਕਮ 1। ਹੁਣ ਸਾਡੇ ਕੋਲ ਵੀ ਆਂਦਾ ਹੈ ਇੱਧਰ 1 1 ਆ ਜਾਂਦਾ ਹੈ, ਇਹਨੂੰ ਆਪਾਂ ਗੁਣਾ ਕਰਦੇ ਹਾਂ, 2 ਦੂਣੀ 4 ਤੇ ਸਾਡੇ ਕੋਲ ਲਘੁੱਤਮ ਕਿੰਨਾ ਆ ਜਾਂਦਾ ਹੈ 4। ਹੁਣ ਜਦੋਂ ਲਘੁੱਤਮ 4 ਆ ਜਾਂਦਾ ਹੈ, ਇਸ ਤੋਂ ਵੇਖੋ ਕਿ ਇੱਧਰ ਸਾਡੇ ਕੋਲ 4 ਨੀਚੇ ਦਿੱਤਾ ਗਿਆ ਹੈ, ਜੋ 4 ਨੂੰ ਇਸ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ 4 ਨਾਲ 4 ਕੈਂਸਲ ਹੋ ਜਾਵੇਗਾ। ਇਸ ਤਰ੍ਹਾਂ 4 1/4 ਗੁਣਾ 4, 4 ਨਾਲ 4 ਕੈਂਸਲ ਹੋ ਜਾਂਦਾ ਹੈ, ਕੀ ਜਾਵੇਗਾ 1, ਇੱਥੇ ਕੀ ਰਹਿ ਜਾਂਦਾ ਹੈ 1 ਪਲੱਸ ਫਿਰ 1 ਰਹਿ ਜਾਂਦਾ ਹੈ 5/2, 5/2 ਗੁਣਾ 4, 2 ਦੂਣੀ 4 ਆ ਜਾਂਦਾ ਹੈ, ਇਹ ਕੀ ਆ ਜਾਏਗਾ 5 ਦੂਣੀ 10 ਮਾਈਨਸ 10। ਫਿਰ ਸਾਡੇ ਕੋਲ 2/1, 2/1 1 ਹੀ ਹੈ, 4 ਗੁਣਾ ਹੋ ਗਿਆ 2 ਦੇ ਨਾਲ, 4 ਦੂਣੀ ਸਾਡੇ ਕੋਲ ਕੀ ਆ ਜਾਏਗਾ 8 ਆ ਜਾਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਕੀ ਬਚਦਾ ਹੈ, ਦੇਖੋ ਸਾਡੇ ਕੋਲ ਪਲੱਸ ਵਾਲੀ ਸੰਖਿਆ 8 1 ਤੇ 1, 8 ਤੇ 1 9, 9 ਤੇ 1 10, ਸਾਡੇ ਕੋਲ ਕੀ ਆਉਂਦਾ ਹੈ 10 ਮਾਈਨਸ 10/4, ਇਹ ਆਉਂਦਾ ਹੈ 0/4। ਸੋ 0 ਦੇ ਬਟਾ ਕੁਛ ਵੀ ਹੋਵੇ, ਆਨਸਰ ਕੀ ਆ ਜਾਂਦਾ ਹੈ 0। ਇਸ ਲਈ 1/2 ਜਦੋਂ ਭਰਿਆ ਜਾਂਦਾ ਹੈ ਬਹੁਪਦ ਦੇ ਵਿੱਚ, ਸਾਡੇ ਕੋਲ ਕੀ ਆਉਂਦਾ ਹੈ 0। ਇਸ ਲਈ ਜਦੋਂ 0 ਆਵੇਗਾ ਤਾਂ ਦਿੱਤੀ ਗਈ ਸੰਖਿਆ ਬਹੁਪਦ ਦਾ ਸਿਫਰ ਹੋਵੇਗੀ, ਇਸ ਲਈ 1/2 ਕੀ ਹੈ ਬਹੁਪਦ ਦਾ ਸਿਫਰ ਹੈ। ਇੱਕ ਵਟਾ 2 ਬਹੁਪਦ ਦਾ ਸਿਫਰ ਹੈ। ਹੁਣ ਇਸ ਤਰ੍ਹਾਂ ਅਸੀਂ 1 ਨੂੰ ਚੈੱਕ ਕਰਾਂਗੇ, ਫਿਰ ਅਸੀਂ -2 ਨੂੰ ਕਰਾਂਗੇ। 1 ਨੂੰ ਤੁਸੀਂ ਖੁਦ ਕਰ ਸਕਦੇ ਹੋ ਬੱਚੋ, ਤੇ ਅਸੀਂ ਕਰਾਂਗੇ -2 ਦਾ, -2 x ਬਰਾਬਰ 2, ਇਹ ਕੀ ਆਉਂਦਾ ਸਾਡੇ ਕੋਲ 2 ਬਹੁਪਦ x ਦੀ 3, ਸਾਡੇ ਕੋਲ ਕੀ ਹੈਗਾ -2 ਦੀ ਘਾਤ 3 ਪਲੱਸ -2 ਦਾ ਘਾਤ 2 ਮਾਈਨਸ 5 2 ਪਲੱਸ 2 -2 ਦੀ ਘਾਤ 3। ਜਦੋਂ ਵੀ ਮਾਈਨਸ ਦੀ ਘਾਤ ਕੀਤੀ ਜਾਂਦੀ ਹੈ, ਮਾਈਨਸ ਦੀ ਘਾਤ 3 ਮਾਈਨਸ ਦੀ ਘਾਤ 2, ਜੇ ਤਾਂ ਸਾਡੇ ਕੋਲ ਮਾਈਨਸ ਦੀ ਘਾਤ ਟਾਂਕ ਸੰਖਿਆ ਵਿੱਚ ਆ ਗਈ, ਜਿਸ ਤਰ੍ਹਾਂ 3 ਟਾਂਕ ਸੰਖਿਆ ਹੈ ਤਾਂ ਸਾਡੇ ਕੋਲ ਇਸ ਦਾ ਆਨਸਰ ਮਾਈਨਸ ਚ ਆਉਂਦਾ ਹੈ। ਜੇਕਰ ਮਾਈਨਸ ਦੀ ਘਾਤ ਸਾਡੇ ਕੋਲ ਇੱਕ ਜਿਸ ਸੰਖਿਆ ਵਿੱਚ ਆਉਂਦੀ ਹੈ, ਮਤਲਬ ਕਿ 2 4 ਜਾਂ 6 ਘਾਤ ਦਿੱਤੀ ਹੋਵੇ ਤਾਂ ਸਾਡੇ ਕੋਲ ਇਹਦਾ ਆਨਸਰ ਕਾਹਦੇ ਚ ਆਉਂਦਾ ਹੈ, ਪਲੱਸ ਵਿੱਚ ਆਉਂਦਾ ਹੈ। ਇੱਥੇ ਦੇਖੋ ਸਾਡੇ ਕੋਲ ਦਿੱਤਾ ਹੋਇਆ -2 ਦੀ ਘਾਤ 3, ਇਹਦਾ ਆਨਸਰ ਕਾਹਦੇ ਚ ਆਵੇਗਾ ਮਾਈਨਸ ਚ। ਸੋ 2 ਨੂੰ ਗੁਣਾ ਕਰਨੀ ਹੈ ਆਪਾਂ, 2 ਗੁਣਾ 2 ਗੁਣਾ 2, 2 ਦੂਣੀ 4, 4 ਦੂਣੀ 8, ਇਹ ਸਾਡੇ ਕੋਲ ਕੀ ਆਉਂਦਾ ਹੈ ਗੁਣਾ ਹੋ ਜਾਂਦਾ ਹੈ 2 ਦੇ ਨਾਲ, ਪਲੱਸ 2 -2 ਦੀ ਘਾਤ 2,
जिस विच है प्लस विच आंसर आएगा साडे को गया 2 दूनी 4 माइनस 5 दूनी 10 जमा 2 8 दूनी 16 माइनस का 16 आ जाता है प्लस 4 माइनस 10 जमा 2। सो प्लस वाली संख्या में असीं की करते हैं सॉरी इत्थे अपने को माइनस 2 सी प्लस आएगा हाँ जी प्लस वाली संख्या में माइनस प्लस करो 10 ते 4 14 14 ते 2 16 एक ही आता है 16 माइनस 16 प्लस 16 साडे को भी आ जाता है 0। इस तरह x बराबर माइनस 2 भी बहुपद दा सिफर है। हुण असीं ये देख चुके हैं कि तीनों संख्यावां जिहड़ियां ने वो इस दियां सिफरां हन। हुण असीं करांगे सिफरां दा संबंध। इस विच सिफरां दा संबंध पता करना है सिफरां अते गुणांकां दा संबंध। हुण देखो साडे कोल की है घात कितनी आंदी है बहुपद दे विच 3 मतलब कि ये साडे कोल कि 3 घाती बहुपद दित्ती गई है। जो 3 घाती बहुपद दित्ती गई है तो असीं इस नूं किहदे नाल तुलना करांगे बहुपद दी तुलना a x दी 3 प्लस b x दी 2 प्लस c x प्लस d नाल करन ते। सो असीं इसदी तुलना कहना करते हैं जो भी असीं 3 घाती बहुपद लई है। सो x की 3 a कितना आ जाता है साडे कोल 2 आंदा है b कितना आंदा है साडे को x की घात 2 b कितना पिया साडे को 1 b कितना आ जाता है साडे को 1। सो c कितना आंदा साडे को इस तरह c साडे को आ जाता है -5 d कितना साडे को आंदा है इस तरह d साडे को आंदा है 2 आ जाता है। हुण इसदी की करना है सिफरां ते गुणांकां दा संबंध। सो जो असीं 2 घाती दा कीता सीगा तो उस दे विच असीं सिफरां दा जोड़ लिया सिफरां दी गुणा लई सी जिस तरह भी उस तरह असीं चलावांगे सिफरां दा जोड़। सिफरां दा जोड़ बराबर हुंदा है साडे को माइनस b बटा a सिफरां दी गुणा। सो सिफरां दी गुणा 2 तरह पता की जाती है। इस दे विच अपने को माइनस c बटा a तो एक साडे को होंदी है d बटा a साडे को होंदी है c बटा a माइनस d बटा a। हुण इस विच क्या साडे को 3 सिफरां दित्तियां गईयां ने। इन्हां 3 सिफरां नूं असीं की मान लैंदे हां। एक नूं असीं मान लैंदे हां अल्फा दूसरी नूं असीं बीटा मान लैंदे हां तीसरी नूं असीं गामा मान लैंदे हां। अल्फा बीटा ते गामा साडे कोल 3 सिफरां हन। सो सिफरां दा जोड़ माइनस b बटा a। देखो असीं नाल नाल ही करते जावांगे नाल नाल इस चीज़ नूं सॉल्व करते जावांगे। सिफरां दा जोड़ एक सिफरां दा जोड़ की आंदा एक साडे कोल अल्फा प्लस बीटा प्लस गामा बराबर माइनस b बटा a। तो साडे को b कितना दिता गया है 1 ते a कितना है 2 एक ही आंदा साडे को माइनस 1 बटा 2। इन्हां नूं आपां हल करदे हां। अल्फा साडे कोल की है 1 बटा 2 अल्फा प्लस बीटा प्लस गामा 1 बटा 2 प्लस 1 माइनस 2। इत्थे साडे को एलसीएम कितना आ जाता है एलसीएम साडे को आंदा है 2 इत्थे 2 कटिया जाता है 1 आ जाता है साडे को प्लस 2 नूं इत्थे गुणा हो जाती है 2 माइनस 4 साडे को की आंदा है 2 ते 1 3 3 माइनस 4 बटा 2। सो 3 चो 4 माइनस कीते साडे को 1 आंदा 1 बटा 2 एक ही आंदा साडे को माइनस 1 बटा 2 बराबर 1 बटा 2 माइनस ये साडे को किया संबंध पाया जाता है। फिर साडे को सिफरां दी गुणा। सिफरां दी गुणा विच पहला असीं करदे हां अल्फा। देखो अल्फा नूं पहला बीटा नाल गुणा करांगे बीटा प्लस फिर बीटा गामा प्लस अल्फा गामा। सो सी कितना है अपने को सी है -5 बटा ए कितना है साडे को 2। हुण इसदा आंसर बनाते हैं आपां इसनूं चेक करते हैं अल्फा बीटा
बीटा गामा प्लस गामा अल्फा। अल्फा कितना है साढ़े को 1/2, बीटा कितना है 1, बीटा कितना है 1, गामा कितना है -2 प्लस -2, इस तरह भी गामा दिता गया साढ़े को -2, फिर अल्फा नाल गुणा करते हैं। ये देखो साढ़े को 2 ਨਾਲ 2 कैंसल हो जाता है, ये साढ़े को जाता है 1 गुणा होंदा है ऊपर 1/2 प्लस -2 ते 1 -2 आता है साढ़े को माइनस, इधर की माइनस बचा -1 ਨੂੰ -1 ਨਾਲ गुणा करते हैं -1 आ जाता है। इसनू सॉल्व करन ते इसनू जो सॉल्व करते हैं हल करते हाँ तो साढ़े को आता 2 ਨੂੰ इधर गुणा करते हैं 2 दूनी 4, 1 -4 -2 बटा की आता है 2, साढ़े को आता है 1 -4 तो 6 -6 बटा की आता है साढ़े को 2, 1 घटाओ 6 साढ़े को आता है 5, घटाओ दे 5/2, तो साढ़े को ये आंसर है उसको बाद करते हैं -1 कितना आता है 5/2 बराबर ये भी कितना आता है 5/2। सो इत्थे भी जो साढ़े को संबंध है वो पाया जाता है। इस तो बाद सिफरां का जोड़ हो गया, सिफरां की गुणा हो गई, बट सिफरां की गुणा असीं 2 तरह पता करते हैं। सो तीसरी जी असीं पता करते हैं वो असीं किस तरह पता करते हैं। तीसरा साढ़े को आता है अल्फा बीटा ते गामा बराबर माइनस लिखा गया सी d/a। हुण साढ़े को अल्फा कितना है 1/2, बीटा कितना है 1, गामा कितना है -2 बराबर। हुण d ते a किन्ने ने साढ़े को d कितना है 2 नाल माइनस दिता गया है -2/a कितना है साढ़े को 2, 2 ਨਾਲ 2 कटिया जाता है साढ़े को क्या आता है -1। सो इस साइड ते आंसर देखना है असं -1 बन रहा है कि नहीं बन रहा। देखो 2 पिया हुआ साढ़े को नीचे, इधर 2 पिया गुणा दे विच 2 ਨਾਲ 2 कटिया गया अपने को, साढ़े को 1 1 ते इत्थे भी साढ़े को 1 ही बच गया, 1 ਨੂੰ सारिਆਂ ਨੂੰ गुणा कीती साढ़े को क्या आ गया -1, क्योंकि साढ़े को एक बारी माइनस का साइन भी आ रहा है बराबर -1। सो इत्थे भी साढ़े को -1 बराबर जिहड़ा आ -1 आ जाता है सिफरां दे गुणांकां ते सिफरां दे जोड़ दा विच जो साढ़े को संबंध स्थापित होंदा है। साढ़े को अगे जोड़ा आंदा है आप की पता करना है कि 3 घाती बहुपद पता करना। 3 घाती 2 घाती असीं सीख ली कि किस तरह पता की जाती है, उसका असीं जो सूत्र सीगा वो भी असीं सीख लिया कि 2 ढंग मैथड सीखे सीगे असीं कि किस तरह पता करना है। हुण असीं किन्ना पता 3 घाती बहुपद पता करना। इस दे विच असीं करना है सब तो पहला साडे कोल x दी घात 3, क्योंकि असीं 3 घाती पता करनी है, असीं लिखांगे x दी घात 3, फिर साडे कोल साइन आएगा माइनस, फिर आएगा साडे कोल सिफरां दा जोड़, x की घात 3 हो गई, फिर साडे को होगी x की घात 2, इस तो बाद साडे को साइन आ गया प्लस दा 2 सिफरां दे गुणनफलां दा जोड़, गुणनफलां दा जोड़, x की घात 3 x की घात 2, x जिहड़ी आ घात जिहड़ी 1 घटदी जानी है, फिर आ जाती 1, फिर साडे को होगा माइनस, फिर आएगा साडे को सिफरां दी गुणा। हुण इसनूं करना किस तरह है, साइन किस तरह लगाने, सब तो पहले एक ध्यान रखना है कि जिहड़ी घात वो घटदी जानी है। 3 घाती सीगी 3 2 1 ते घात कोई भी नहीं रही, मतलब घात कितनी है 0। सेक की हुंदा अपने को किसी दी भी घात 0 होवे किहदे बराबर हुंदा 1 दे, इस करके इस नूं लगाउण दी लोड़ नहीं, क्योंकि इत्थे ऑलरेडी 1 हो के गुणा होके वही रह जाता है। इस तो बाद मान लो कि साडे कोल मान लो अल्फा बीटा गामा 3 सिफरां हैं, 3 सिफरां हैं। जो अल्फा बीटा गामा 3 सिफरां हैं तो फिर असी इसनूं किस तरह लिख सकते हैं, जो भी असी 3 घाती पद पता करने का सूत्र लिखा है की होगा साडे को x दी 3 माइनस सिफरां का जोड़, सिफरां किहड़ियां ने अल्फा बीटा गामा, अल्फा प्लस बीटा प्लस गामा x की घात 2 प्लस 2 सिफरां का गुणनफल का जोड़, 2 सिफरां का गुणनफल मतलब कि 2 सिफरां नूं गुणा करके फिर जोड़ना। पहले इन्होंने गुणा करते हैं, अल्फा ते बीटा गुणा होए, फिर बीटा ते गामा गुणा होए, फिर गामा ते अल्फा गुणा होए, फिर इन्हां दा जोड़ किया गया, फिर इन्हां दे नाल घात कितनी आ गई 1। उस तो बाद सिफरां दी गुणा प्लस अल्फा बीटा एंड गामा,
गुणा साडे को ये जिहड़ा 3 घाती बहुपद पता करने के लिए जो सूत्र जिहड़ा आ वो बन जाता है। हुण साडे को जो अगला सवाल है उस विच क्या साडे को सिफरां दा जोड़ जिहड़ा दिता गया है, साडे को दिता गया है सिफरां दा जोड़ दो सिफरां दे गुणनफलां दा जोड़, जो साडे को ये दिता गया है, साडे को दिता गया है -7। इसका जो सिफरां दी गुणा दी गई साडे को दी गई है 14। हुण असीं -14 इसनूं असीं 3 घाती बहुपद पता करनी है। सूत्र असीं क्या लिखिया होया है x की 3, सब तो पहला लिखते हैं x की 3 माइनस चिन्ह भी जो लगाने वाले पहला प्लस फिर माइनस फिर प्लस फिर माइनस होई, इधर माइनस साइन क्या साडे को माइनस प्लस माइनस यानी कि साइन बदलते जाने हैं। जे प्लस लिखा पहला फिर माइनस फिर प्लस फिर माइनस। x की 3 सिफरां दा जोड़, सो सिफरां दा जोड़ कितना साडे को 2 घात कितनी नाल x की 2 फिर प्लस 2 सिफरां दे गुणनफलां दा जोड़ कितना दिता गया है -7। ये की आंदा साडे को -7 नाल की आंदा साडे को x माइनस अल्फा बीटा गामा सिफरां दी गुणा कितनी दी गई है -14। हुण की करदे आ असीं x दी 3 2 नूं x नाल गुणा कीती गई 2x दी 2 7 नूं x नाल गुणा कीती -7x क्योंकि बाहर प्लस सी माइनस आ गया माइनस माइनस साडे को की बन जाता है +14 आ जाता है। ये साडे को की आ गई 3 घाती बहुपद जिहड़ी आ वो तैयार हो जाती है। इस तरह नेक्स्ट क्वेश्चन जिहड़ा साडे को अगला क्वेश्चन आंदा है, साडे को सवाल आंदा है x की 3 माइनस 3x स्क्वायर जमा x जमा 1। ये साडे को बहुपद दी गई है, बहुपद दियां सिफरां a माइनस b a प्लस b अते a हन। तां a अते b पता करो। हुण सवाल की है साडे को कि साडे को बहुपद दी गई है जो 3 घाती बहुपद है, उसदी सिफरां ते दित्तियां गईयां हन a माइनस b a प्लस b अते a। तां a अते b पता करन किहा गया है साडे कोल a ते b दे कुल पता करो। हुण असीं 3 घाती बहुपद जिहड़ी आ उसनूं असीं पहला पढ़िया है कि ax दी 3 प्लस bx दी 3 2 प्लस cx प्लस d, जिस विच सारा सिफरां दा जोड़ सिफरां दी गुणा तो तरह असीं सारा सीख चुके हैं। इस दे विच असीं क्या साडे को सिफरां दा जोड़ सिफरां दा जोड़ जो साडे को -b बटा a b c d कैपिटल रखे गए ने, वड्डे अखर रखे गए ने, इस करके क्योंकि साडे को a b जिहड़े छोटे अखर पहला ही दिते गए हैं। तो साडे को इत्थे असीं लिखांगे -b बटा a। इस तरह सिफरां दी गुणा सिफरां दी गुणा वाला असीं जिहड़ी इकट्ठी गुणा करदे हो लै लैंदे हां -b बटा a। हुण जदों असीं इस बहुपद नूं इस बहुपद नाल तुलना करदे हां तां साडे कोल a कितना आंदा है a बराबर साडे को 1 क्योंकि x दी घात 3 दे नाल की लगा होया साडे कोल गुणांक कितना है 1। इस तरह b साडे को कितना आंदा है -3 c कितना आंदा है साडे को 1। इस तरह साडे को d जो है d भी कितना आ जाता है d बराबर 1 आ जाता है। तो सिफरां दा जोड़ साडे को क्या है घटाओ b बटा a। सो सिफरां दा जोड़ घटाओ b बटा a, b कितना है साडे को -3, फॉर्मूले च भी माइनस दिता है -3 बटा a कितना साडे को 1। a की बन जाता है जमा 3 बटा 1, ये साडे को क्या जाता है 3। ये तो साडे को 3 आ जाता है, पर हुण असीं सिफरां दा जोड़ वेखदे हां साडे को जो सिफरां ने उन्हां दा जोड़ कितना आउंदा है। सिफरा साडे कोल की ने a माइनस b प्लस a प्लस b ते प्लस a। ब्रैकेट असीं देखो तिन्ने फैक्टर जिहड़े ब्रैकेट विच ने साडे को, असीं हुण इन्हां दी ब्रैकेट जिहड़ियां है उन्हां नूं खोलदे हां। साडे को की आंदा है a माइनस b प्लस b प्लस a। b दे नाल b जिहड़ा है वो की साडे को आ कटिया जांदा है
ए ਸਾਡੇ ਕੋਲ ਕਿੰਨੇ a ਆ ਜਾਂਦੇ ਹਨ 3a 3a ਸਾਡੇ ਕੋਲ ਕੀ ਆ ਜਾਂਦਾ ਇੱਧਰ 3a ਬਰਾਬਰ ਕੀ ਆਉਂਦਾ ਹੈ 3a ਇੱਧਰ ਵੀ ਸਾਡੇ ਕੋਲ 3a ਬਰਾਬਰ ਹੁੰਦਾ ਹੈ 3 ਦੇ ਨਾਲ 3 ਕੱਟਿਆ ਜਾਂਦਾ ਹੈ ਤਾਂ ਸਾਡੇ ਕੋਲ a ਜਿਹੜਾ ਕਿੰਨਾ ਆ ਜਾਂਦਾ ਹੈ a ਬਰਾਬਰ 1 ਆ ਜਾਂਦਾ ਹੈ। ਇਸ ਤਰ੍ਹਾਂ ਸਾਡੇ ਕੋਲ a ਦਾ ਵੈਲਿਊ ਜਿਹੜੀ ਆ a ਦਾ ਮੁੱਲ ਜਿਹੜਾ ਸਾਡੇ ਕੋਲ ਕਿੰਨਾ ਆ ਜਾਂਦਾ ਹੈ 1 ਆ ਜਾਂਦਾ ਹੈ। ਇਸ ਤੋਂ ਬਾਅਦ ਹੁਣ ਅਸੀਂ ਸਿਫਰਾਂ ਦੀ ਗੁਣਾ ਕੀ ਆ ਸਾਡੇ ਕੋਲ ਜਿਹੜੀ ਅਲਫਾ ਬੀਟਾ ਤੇ ਗਾਮਾ ਬਰਾਬਰ ਮਾਈਨਸ d ਕਿੰਨਾ ਸਾਡੇ ਕੋਲ 1 ਮਾਈਨਸ 1 ਵਟਾ a ਕਿੰਨਾ ਸਾਡੇ ਕੋਲ 1 ਇਹ ਸਾਡੇ ਕੋਲ ਕਿੰਨਾ ਆ ਜਾਂਦਾ ਹੈ ਮਾਈਨਸ 1। ਹੁਣ ਅਲਫਾ ਬੀਟਾ ਗਾਮਾ ਹੁਣ ਅਸੀਂ ਤਿੰਨਾਂ ਨੂੰ ਗੁਣਾ ਕਰਦੇ ਹਾਂ a ਮਾਈਨਸ b a ਪਲੱਸ b ਤੇ a ਗੁਣਾ ਕੀਤੀ ਕਿ ਦੇਖੋ a ਮਾਈਨਸ b a ਪਲੱਸ b ਇਹ ਸਾਡੇ ਕੋਲ ਕੀ ਬਣ ਜਾਂਦਾ ਹੈ a ਸਕੁਅਰ ਮਾਈਨਸ b ਸਕੁਅਰ ਨਾਲ ਕੀ ਸਾਡੇ ਕੋਲ ਆ ਗਿਆ a। ਹੁਣ ਸਾਡੇ ਕੋਲ a ਦਾ ਮੁੱਲ ਜਿਹੜਾ ਅਸੀਂ ਕੱਢ ਚੁੱਕੇ ਹਾਂ ਇਸ ਲਈ a ਦੀ ਵੈਲਿਊ ਜਿਹੜੀ ਹੈ ਇਹਦੀ ਵੈਲਿਊ ਉਹਨੂੰ ਅਸੀਂ ਇਸ ਦੀ ਜਗ੍ਹਾ ਤੇ a ਦੀ ਜਗ੍ਹਾ ਤੇ ਭਰਦੇ ਹਾਂ। ਇਹ ਸਾਡੇ ਕੋਲ ਕਿੰਨਾ ਜਾਂਦਾ 1 ਦਾ ਵਰਗ ਮਾਈਨਸ b ਦਾ ਵਰਗ ਫਿਰ ਸਾਡੇ ਕੋਲ 1 ਆ ਜਾਂਦਾ ਹੈ 1 ਮਾਈਨਸ b 1 ਦਾ ਵਰਗ ਕੀਤਾ ਗਿਆ 1 ਗੁਣਾ 1 1 ਮਾਈਨਸ b ਦਾ ਵਰਗ 1 ਨੂੰ ਗੁਣਾ ਕਿਸੇ ਸਾਡੇ ਕੋਲ ਫੈਕਟਰ ਬਣ ਜਾਂਦਾ ਹੈ ਇਹ ਸਾਡੇ ਕੋਲ ਆ ਜਾਂਦਾ ਹੈ 1 ਮਾਈਨਸ b ਦੀ ਘਾਤ 2 ਮਾਈਨਸ b ਦੀ ਘਾਤ 2 ਬਰਾਬਰ ਮਾਈਨਸ 1। ਹੁਣ ਜਿਹੜਾ 1 ਸੀ ਇਸ ਨੂੰ ਅਸੀਂ ਇਸ ਸਾਈਡ ਤੇ ਲੈ ਜਾਂਦੇ ਸਾਡੇ ਕੋਲ ਕੀ ਆ ਜਾਂਦਾ ਹੈ ਮਾਈਨਸ ਦਾ 1 ਕਿਉਂਕਿ ਪਲੱਸ ਦਾ ਸੀ ਇਸ ਸਾਈਡ ਤੇ ਸਾਡੇ ਕੋਲ ਮਾਈਨਸ ਹੋ ਗਿਆ ਮਾਈਨਸ b ਦੀ 2 ਬਰਾਬਰ ਆਉਂਦਾ ਹੈ ਮਾਈਨਸ 2 ਮਾਈਨਸ ਨਾਲ ਮਾਈਨਸ ਕੱਟ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਕੋਲ ਕੀ ਆ ਜਾਂਦਾ ਹੈ b ਵਰਗ 2 ਜਦੋਂ b ਵਰਗ 2 ਆ ਜਾਂਦਾ ਹੈ ਤਾਂ ਸਾਨੂੰ ਪਤਾ ਹੈ ਕਿ ਜਦੋਂ ਵੀ ਸਾਡੇ ਕੋਲ ਵਰਗ ਪਿਆ ਹੋਵੇ ਤਾਂ ਦੂਸਰੇ ਪਾਸੇ ਜਾ ਕੇ ਉਸ ਦਾ ਵਰਗਮੂਲ ਹੋ ਜਾਂਦਾ ਹੈ। ਇਸ ਤਰ੍ਹਾਂ 2 ਦਾ ਵਰਗਮੂਲ ਹੋ ਜਾਵੇਗਾ ਤੇ ਇਸ ਦੇ ਦੋ ਆਂਸਰ ਜਿਹੜੇ ਇੱਕ ਪਲੱਸ ਤੇ ਇੱਕ ਮਾਈਨਸ ਵਿੱਚ ਬਣਨਗੇ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਵਰਗ ਹੋਵੇ ਵਰਗ ਦਾ ਜਦੋਂ ਵਰਗਮੂਲ ਬਣਦਾ ਹੈ ਤਾਂ ਸਾਡੇ ਕੋਲ ਦੋ ਆਂਸਰ ਇੱਕ ਪਲੱਸ ਵਿੱਚ ਤੇ ਇੱਕ ਮਾਈਨਸ ਵਿੱਚ ਬਣਦੇ ਹਨ। ਇਸ ਤਰ੍ਹਾਂ ਸਾਡੇ ਕੋਲ a ਦੀ ਵੈਲਿਊ ਕਿੰਨੀ ਆ ਜਾਂਦੀ ਹੈ 1 ਤੇ b ਦੀ ਵੈਲਿਊ ਕਿੰਨੀ ਆ ਜਾਂਦੀ ਹੈ ਪਲੱਸ ਵਿੱਚ ਵਰਗਮੂਲ 2 ਤੇ ਇੱਕ ਮਾਈਨਸ ਵਿੱਚ ਵਰਗਮੂਲ 2 ਜਿਹੜਾ ਸਾਡੇ ਕੋਲ ਜਿਹੜਾ ਆਂਸਰ ਆ ਉਹ